Hello everyone, welcome to Victor's Knowledge. This is Chinu Sharma, and today we are going to take up another important revision lecture for the upcoming exam of PSSB Clerk. ਤੇ ਅੱਜ ਦੇ ਇਸ ਲੈਕਚਰ ਦੇ ਅੰਦਰ ਆਪਾਂ important MCQs ਡਿਸਕਸ ਕਰਾਂਗੇ related to ancient and medieval history. So starting with first question, ਦੂਜਾ ਜੈਨ ਕਾਉਂਸਲ ਕਿੱਥੇ ਹੋਇਆ? ਜਿੱਥੇ अर्ਲੀ ਜੈਨ ਲਿਟਰੇਚਰ ਨੂੰ ਫਾਈਨਲ ਸ਼ੇਪ ਦਿੱਤੀ ਗਈ ਸੀ, ਲਿਖਿਆ ਗਿਆ ਸੀ ਫਾਈਨਲੀ। ਸੋ ਜਿਹੜੇ ਵੀ ਕੁਐਸਚਨ ਜੈਨ ਕਾਉਂਸਲ ਬੁੱਧਿਸਟ ਕਾਉਂਸਲ ਨਾਲ ਰਿਲੇਟਡ ਨੇ ਉਹ ਐਗਜ਼ਾਮ ਵਿੱਚ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਨੇ, ਕਿਉਂਕਿ ਬਾਰ-ਬਾਰ ਐਗਜ਼ਾਮ ਦੇ ਵਿੱਚ ਏਂਸ਼ੀਅੰਟ ਹਿਸਟਰੀ ਚੋਂ ਇਸੇ ਤਰ੍ਹਾਂ ਦੇ ਕੁਐਸਚਨ ਰਿਪੀਟ ਹੁੰਦੇ ਨੇ। ਸੋ ਦੂਜਾ ਜੈਨ ਕਾਉਂਸਲ ਹੋਇਆ ਸੀ, ਆਪਸ਼ਨਸ ਨੇ ਵੈਸ਼ਾਲੀ, ਬੀ ਰਾਜਗ੍ਰੀਵ, ਸੀ ਤਕਸ਼ਿਲਾ, ਡੀ ਵੱਲਭੀ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਡੀ ਵੱਲਭੀ। Second question, name the archaeologist who discovered the city of Harappa? Very important question. So city of Harappa ਨੂੰ find ਕੀਤਾ ਸੀ, discover ਕੀਤਾ ਸੀ D.R. Sani. Next is, consider the following statement about Mesolithic age. So Neolithic, Mesolithic, Paleolithic ਇਹ different time periods ਨੇ ਜਿਨ੍ਹਾਂ ਤੋਂ ਆਪਾਂ ਨੂੰ ancient history ਦਾ ਪਤਾ ਚੱਲਦਾ ਹੈ। ਸੋ ਇਹ ਤਿੰਨ ਸਟੇਟਮੈਂਟਸ ਨੇ, ਆਪਾਂ ਨੇ ਦੱਸਣਾ ਹੈ ਮੀਜ਼ੋਲਿਥਿਕ ਨਾਲ ਰਿਲੇਟਡ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਵੀ ਜਿਹੜਾ ਨਿਓਲਿਥਿਕ ਤੇ ਪੈਲੋਲਿਥਿਕ ਦਾ ਸਮਾਂ ਸੀ ਉਹਨਾਂ ਦੇ ਵਿੱਚ ਟ੍ਰਾਂਜ਼ੀਸ਼ਨਲ ਪੀਰੀਅਡ ਸੀ, ਉਹਨੂੰ ਮੀਜ਼ੋਲਿਥਿਕ ਕਿਹਾ ਜਾਂਦਾ ਹੈ। ਦੂਜੀ ਸਟੇਟਮੈਂਟ ਕਹਿ ਰਹੀ ਹੈ ਇਸ ਸਮੇਂ ਦੇ ਲੋਕ ਹੰਟਿੰਗ ਕਰਦੇ ਸੀ, ਸ਼ਿਕਾਰ ਕਰਦੇ ਸੀ, ਫਿਸ਼ਿੰਗ ਕਰਦੇ ਸੀ, ਫੂਡ ਨੂੰ ਗੈਦਰ ਕਰਦੇ ਸੀ, ਇਕੱਠਾ ਕਰਨਾ ਸਟਾਰਟ ਕੀਤਾ। ਤੀਜੇ ਨੰਬਰ ਤੇ ਤੀਜੀ ਸਟੇਟਮੈਂਟ ਕਹਿ ਰਹੀ ਹੈ ਵੀ ਮੀਜ਼ੋਲਿਥਿਕ ਏਜ ਦੇ ਲੋਕ ਪੋਲਿਸ਼ਡ ਸਟੋਨ ਵਰਤਦੇ ਸੀ, ਪਾਰਟਿਕੂਲਰਲੀ ਸਟੋਨ ਐਕਸਿਸ। ਸੋ ਉਰੇ ਜਿਹੜੀਆਂ ਸਟੇਟਮੈਂਟ ਸਹੀ ਨੇ ਉਹ ਹੈ ਫਰਸਟ ਐਂਡ ਸੈਕਿੰਡ। ਥਰਡ ਸਟੇਟਮੈਂਟ ਗਲਤ ਹੈ, ਟੂਲਸ ਦੀ ਵਰਤੋਂ ਪੋਲਿਸ਼ ਸਟੋਨਸ ਦੀ ਨਹੀਂ ਹੁੰਦੀ ਸੀ ਇਸ ਸਮੇਂ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਏ 1 ਐਂਡ 2 ਓਨਲੀ। ਨਾਲੰਦਾ ਯੂਨੀਵਰਸਿਟੀ ਕਿਹਦੇ ਰੀਨ ਦੇ ਸਮੇਂ ਫਾਊਂਡ ਕੀਤੀ ਗਈ? ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਵਿੱਚ ਆਉਣ ਦੇ ਪੂਰੇ ਚਾਂਸ ਨੇ। ਸੋ ਨਾਲੰਦਾ ਯੂਨੀਵਰਸਿਟੀ ਫਾਊਂਡ ਕੀਤੀ ਸੀ ਕੁਮਾਰ ਗੁਪਤ ਨੇ, ਆਪਸ਼ਨ ਡੀ। ਨੈਕਸਟ ਇਜ਼ which among the kings of ancient India is known as ਪਿਤਰਘਾਟ? ਸੋ ਪਿਤਰਘਾਟ ਇਹਨਾਂ ਚੋਂ ਕਿਹਾ ਜਾਂਦਾ ਹੈ ਅਜਾਤ ਸ਼ਤਰੂ ਨੂੰ, ਆਪਸ਼ਨ ਬੀ। which of the statement given below are correct? ਸੋ ਇਹਨਾਂ ਦੇ ਵਿੱਚੋਂ ਪਹਿਲੀ ਸਟੇਟਮੈਂਟ ਕਹਿ ਰਹੀ ਹੈ ਵਿਹਾਰਾਸਕੀ ਨੇ, ਜਿੱਥੇ ਮੌਂਗਸ ਪ੍ਰੇਅਰ ਕਰਦੇ ਸੀ। ਸੈਕਿੰਡ ਸਟੇਟਮੈਂਟ ਹੈ ਚੈਤਿਆਸ, ਚੈਤਿਆਸ ਕਿਹਾ ਗਿਆ ਕਿ ਇਹ ਮੌਂਗਸ ਦੇ ਰਹਿਣ ਦੀ ਜਗ੍ਹਾ ਹੈ। ਸੋ ਇਹ ਦੋਨੋਂ ਸਟੇਟਮੈਂਟ ਹੀ ਗਲਤ ਨੇ ਤੇ ਇਹ ਕੁਐਸਚਨ ਬਹੁਤ ਵਾਰ ਐਗਜ਼ਾਮ ਵਿੱਚ ਰਿਪੀਟ ਹੋਏ ਨੇ। ਇਹਦਾ ਰਾਈਟ ਆਨਸਰ ਹੈ ਆਪਸ਼ਨ ਡੀ, ਨੀਦਰ 1 not 2। ਸੋ ਆਪਾਂ ਇਸ ਕੁਐਸਚਨ ਦਾ ਰਾਈਟ ਆਨਸਰ ਦੇਖ ਲੈਂਦੇ ਹਾਂ। ਜਿਹੜੇ ਵਿਹਾਰਾਸ ਨੇ ਬੇਸਿਕਲੀ ਉਹ ਨੇ ਡਵੈਲਿੰਗ ਪਲੇਸ ਆਫ ਦ ਮੌਂਗਸ, ਸੋ ਰਹਿਣ ਦੀ ਜਗ੍ਹਾ। ਤੇ ਜਿਹੜੇ ਚੈਤਿਆਸ ਨੇ ਉਹ ਜਗ੍ਹਾ ਹੈ ਜਿੱਥੇ ਮੌਂਗਸ ਪ੍ਰੇਅਰ ਕਰਦੇ ਸੀ। ਸੋ ਚੈਤਿਆ is a place of worship and ਵਿਹਾਰਾਸ is the dwelling place of the monk. ਸੋ ਇਹ ਤੁਸੀਂ ਯਾਦ ਰੱਖਣਾ ਹੈ। Next 7th question is Chinese traveller Yun Sang visited India during the reign of which king? ਸੋ ਇਹ ਆਏ ਸੀ ਹਰਸ਼ਵਰਧਨ ਦੇ ਟਾਈਮ, ਆਪਸ਼ਨ ਸੀ ਇਹਦਾ ਰਾਈਟ ਆਨਸਰ ਹੈ। ਟ੍ਰਾਈਪਾਰਟਾਈਟ ਸਟਰਗਲ ਇੰਡੀਅਨ ਹਿਸਟਰੀ ਦੇ ਵਿੱਚ ਲੜੀ ਗਈ ਕਿਸ ਸਿਟੀ ਦੇ ਕੰਟਰੋਲ ਦੇ ਲਈ? ਵੈਰੀ ਇੰਪੋਰਟੈਂਟ। ਸੋ ਇਹ ਲੜੀ ਗਈ ਸੀ ਕਨੌਜ ਨੂੰ ਕੰਟਰੋਲ ਕਰਨ ਦੇ ਲਈ, ਆਪਸ਼ਨ ਡੀ। ਅਲਾਹਾਬਾਦ ਪਿਲਰ ਹੈਜ਼ ਇਨਕ੍ਰਿਪਸ਼ਨ ਆਫ ਵਿਚ ਆਫ ਦ ਫੋਲੋਇੰਗ ਰੂਲਰ? ਸੋ ਇਹਨਾਂ ਦੇ ਵਿੱਚੋਂ ਅਲਾਹਾਬਾਦ ਪਿਲਰ ਜਿਹੜੀ ਇਨਸਕ੍ਰਿਪਸ਼ਨ ਹੈ ਉਹਦੇ ਉੱਤੇ ਅਸ਼ੋਕਾ ਤੇ ਜਹਾਂਗੀਰ ਦੀ ਗੱਲ ਹੋ ਰਹੀ ਹੈ। ਸੋ ਰਾਈਟ ਆਨਸਰ ਹੈ ਆਪਸ਼ਨ ਸੀ 1 ਐਂਡ 3 ਓਨਲੀ। Next 10th question ਹੈ which of the following caves were donated by Mauryan kings to Ajivika? So Mauryans ਦੇ ਦੁਆਰਾ ਅਜੀਵਿਕਾ ਨੂੰ ਦਾਨ ਕੀਤਾ ਗਿਆ ਸੀ ਬਾਰਾਬਰ ਕੇਵ, ਆਪਸ਼ਨ ਡੀ। Which of the following Buddhist texts deal with rules of monastic discipline? So ਜਿਹੜੇ ਵੀ ਮੌਂਗਸ ਵਗੈਰਾ ਨੇ ਉਹਨਾਂ ਨੇ ਜਿਹੜਾ ਰਹਿਣਾ ਹੈ, ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਡਿਸਿਪਲਿਨ 'ਚ ਰੱਖਣਾ ਹੈ, ਸੋ ਉਹਦੇ ਬਾਰੇ ਜਿਹੜੇ ਰੂਲਸ ਨੇ ਉਹ ਲਿਖੇ ਗਏ ਨੇ ਵਿਨੇ ਪਿਤਾਕਾ 'ਚ, ਆਪਸ਼ਨ ਏ। ਨੈਕਸਟ ਇਜ਼ ਮੌਰਨ ਰੂਲ ਦੇ ਸਮੇਂ ਮੌਰਨ ਐਡਮਿਨਿਸਟ੍ਰੇਸ਼ਨ ਦੇ ਅੰਡਰ ਸਨਿਧਾਤ ਕੌਣ ਸੀ? ਸੋ ਸਨਿਧਾਤ ਸੀ ਹੈਡ ਆਫ ਟ੍ਰੈਜਰੀ, ਜੋ ਸਾਰੇ ਖਜ਼ਾਨੇ ਵਗੈਰਾ ਦਾ ਦੇਖਭਾਲ ਕਰਦਾ ਸੀ, ਕੰਟਰੋਲ ਰੱਖਦਾ ਸੀ।
At which of the following site is the earliest evidence of settled agriculture? So agriculture ਦਾ ਆਪਾਂ ਨੂੰ ਕਿੱਥੋਂ ਪਤਾ ਚੱਲਦਾ ਹੈ? ਸਭ ਤੋਂ ਪਹਿਲੀ ਸਾਈਟ ਜਿੱਥੇ ਐਵੀਡੈਂਸ ਮਿਲਿਆ ਸੀ ਸੋ ਉਹ ਹੈ ਮੇਹਰਗੜ੍ਹ, ਆਪਸ਼ਨ ਸੀ। ਇਹ ਕੁਐਸਚਨ ਵੀ ਬਹੁਤ ਵਾਰੀ ਰਿਪੀਟ ਹੋਇਆ। Next 14th question, given below are some statement about political administration. So ਵੈਦਿਕ ਸਮੇਂ ਦੇ ਟਾਈਮ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਕਿਵੇਂ ਦੀ ਸੀ, ਕਿੰਗ ਕੀ ਕਰਦਾ ਸੀ, ਉਹਦੀ ਪੋਜੀਸ਼ਨ ਕਿਸ ਤਰ੍ਹਾਂ ਦੀ ਸੀ, ਵਿਮਨ ਦਾ ਕੀ ਰੋਲ ਸੀ। ਸੋ ਇਹਦੇ ਨਾਲ ਰਿਲੇਟਡ ਦੋ ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਹੈ ਵੀ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ। ਸੋ ਉਰੇ ਸਿਰਫ ਪਹਿਲੀ ਸਟੇਟਮੈਂਟ ਸਹੀ ਹੈ ਜਿਹੜੀ ਕਹਿ ਰਹੀ ਹੈ ਵੀ ਕਿੰਗ ਨੂੰ ਰਾਜਨ ਕਿਹਾ ਜਾਂਦਾ ਸੀ ਤੇ ਪੋਜੀਸ਼ਨ ਹੈਰੀਡਿਟਰੀ ਨਹੀਂ ਸੀ ਵੈਦਿਕ ਪੀਰੀਅਡ ਦੇ ਸਮੇਂ, ਉਹ ਵੀ ਅਰਲੀ ਵੈਦਿਕ। ਦੂਜੀ ਸਟੇਟਮੈਂਟ ਇਹ ਗਲਤ ਹੈ, ਵਿਮਨ ਦੀ ਪੂਰੀ ਪਾਰਟਿਸਿਪੇਸ਼ਨ ਸੀ ਸਟਾਰਟਿੰਗ ਵਾਲੇ ਫੇਜ਼ ਦੇ ਵਿੱਚ ਜਦੋਂ ਵੈਦਿਕ ਪੀਰੀਅਡ ਦੀ ਸਟਾਰਟਿੰਗ ਸੀ। ਸੋ ਇਨ ਪੋਲੀਟੀਕਲ ਅਸੈਂਬਲੀ ਵਿਮਨ ਵਰ ਨਾਟ ਅਲਾਉਡ ਟੂ ਪਾਰਟਿਸਿਪੇਟ। ਇਹ ਸਟੇਟਮੈਂਟ ਗਲਤ ਹੈ। ਸੋ ਓਨਲੀ ਵਨ ਇਜ਼ ਰਾਈਟ ਤੇ ਇਸ ਕੁਐਸਚਨ ਦਾ ਰਾਈਟ ਆਂਸਰ ਹੈ ਆਪਸ਼ਨ ਏ। ਨੈਕਸਟ ਇਜ਼ ਚਾਰਵਾਕ ਲੋਕਿਆਤ ਫਿਲਾਸਫੀ ਦੇ ਪ੍ਰਪਾਉਂਡਰ ਕੌਣ ਨੇ? ਸੋ ਇਹ ਫਿਲਾਸਫੀ ਦਿੱਤੀ ਹੈ ਬ੍ਰਹਸਪਤੀ ਨੇ, ਆਪਸ਼ਨ ਬੀ। ਸੋ ਸਿੰਪਲੀ ਤੁਸੀਂ ਇਸ ਫਿਲਾਸਫੀ ਦਾ ਮੀਨਿੰਗ ਵੀ ਸਮਝ ਲਓ, ਕਈ ਵਾਰੀ ਐਗਜ਼ਾਮ ਵਿੱਚ ਡਾਇਰੈਕਟਲੀ ਆ ਜਾਂਦਾ ਹੈ ਵੀ ਚਾਰਵਾਕ ਫਿਲਾਸਫੀ ਕੀ ਕਹਿੰਦੀ ਹੈ। ਸੋ ਚਾਰਵਾਕ ਫਿਲਾਸਫੀ ਨੂੰ ਮੰਨਣ ਵਾਲੇ ਲੋਕ ਇਹ ਮੰਨਦੇ ਨੇ, ਉਹਦੇ ਜਿਹੜੇ ਪ੍ਰਪਾਉਂਡਰਸ ਵਗੈਰਾ ਨੇ, ਫੋਲੋਅਰਸ ਨੇ, ਉਹ ਕਹਿੰਦੇ ਨੇ ਕਿ ਜਿਹੜਾ ਆਫਟਰ ਵਰਲਡ ਹੈ, ਜਿਵੇਂ ਆਪਾਂ ਕਹਿੰਦੇ ਹਾਂ ਕਰਮਾ ਮੋਕਸ਼ਾ ਦੀ ਪ੍ਰਾਪਤੀ, ਉਹ ਚੀਜ਼ਾਂ ਵਿੱਚ ਬਿਲੀਵ ਨਹੀਂ ਕਰਦੇ। ਸੋ ਇਹ ਆਫਟਰ ਵਰਲਡ ਦੇ ਵਿੱਚ ਬਿਲੀਵ ਨਹੀਂ ਕਰਦੇ। Next is 16th question, which of the following can be associated with Gautam Buddha? So Gautam Buddha ਨਾਲ ਇਹਦੇ ਵਿੱਚੋਂ related ਹੈ four noble truths ਤੇ eightfold path. So right answer here is option C, 1 and 2 only. Next is consider the following pair. So ਹੁਣ ਆਪਾਂ ਨੇ ਦੱਸਣਾ ਹੈ ਵੀ ਕਿਹੜੇ ਬੁੱਧਿਸਟ ਕਾਉਂਸਲ ਦੇ ਵਿੱਚ ਕਿਹਨੇ ਪੈਟਰੋਨਾਈਜ਼ ਕੀਤਾ। ਸੋ ਇਹਨਾਂ ਦੇ ਵਿੱਚੋਂ ਕੌਣ ਸਹੀ ਮੈਚ ਹੈ? ਸੋ ਉਰੇ ਸਿਰਫ ਸੈਕਿੰਡ ਸਹੀ ਮੈਚ ਹੈ ਵੀ ਦੂਜੇ ਬੁੱਧਿਸਟ ਕਾਉਂਸਲ ਨੂੰ ਪੈਟਰੋਨਾਈਜ਼ ਕੀਤਾ ਕਾਲਾਸੋਕਾ ਨੇ, ਫਰਸਟ ਐਂਡ ਥਰਡ ਉਰੇ ਗਲਤ ਮੈਚ ਕੀਤਾ ਹੋਇਆ ਹੈ। ਸੋ ਇਸ ਕੁਐਸਚਨ ਦਾ ਸਹੀ ਉੱਤਰ ਹੋ ਜਾਂਦਾ ਹੈ ਆਪਸ਼ਨ ਸੀ। ਸੋ ਹੁਣ ਉਰੇ ਆਪਾਂ ਰਾਈਟ ਆਪਸ਼ਨਸ ਦੇਖ ਲੈਂਦੇ ਹਾਂ। ਜਿਹੜਾ ਪਹਿਲਾ ਬੁੱਧਿਸਟ ਕਾਉਂਸਲ ਸੀ ਉਹ ਮੇਨਲੀ ਪ੍ਰਿਸਾਈਡ ਕੀਤਾ ਸੀ ਕਾਲਾਸੋਕਾ ਨੇ, ਬਟ ਹੈਲਪ ਕੀਤੀ ਸੀ ਉੱਥੇ ਅਜਾਤ ਸ਼ਤਰੂ ਨੇ। ਸੋ ਉਰੇ ਆਉਣਾ ਚਾਹੀਦਾ ਅਜਾਤ ਸ਼ਤਰੂ। ਤੇ ਤੀਜੇ ਬੁੱਧਿਸਟ ਕਾਉਂਸਲ ਨੂੰ ਪੈਟਰੋਨਾਈਜ਼ ਕੀਤਾ ਸੀ ਅਸ਼ੋਕਾ ਨੇ। ਨੈਕਸਟ ਇਜ਼ ਐਟ ਵਿਚ ਆਫ ਦ ਫੋਲੋਇੰਗ ਪਲੇਸ ਡਿਡ ਬੁੱਧਾ ਡਿਲੀਵਰ ਹਿਸ ਫਰਸਟ ਸਰਮਨ? ਇਹ ਬਹੁਤ ਹੀ ਜ਼ਿਆਦਾ ਕਾਮਨ ਤੇ ਮੋਸਟ ਰੈਪੀਟੀਟਿਵ ਕੁਐਸਚਨ ਐਗਜ਼ਾਮਸ ਦਾ। ਸੋ ਬੁੱਧਾ ਨੇ ਆਪਣਾ ਪਹਿਲਾ ਸਰਮਨ ਦਿੱਤਾ ਸੀ ਸਰਨਾਥ, ਆਪਸ਼ਨ ਡੀ। ਵਿਚ ਆਫ ਦ ਫੋਲੋਇੰਗ ਆਰ ਦ ਪ੍ਰਿੰਸੀਪਲਸ ਆਫ ਜੈਨਿਜ਼ਮ? ਸੋ ਇਹਨਾਂ ਦੇ ਵਿੱਚੋਂ ਜੈਨਿਜ਼ਮ ਦੇ ਪ੍ਰਿੰਸੀਪਲ ਨੇ ਇਹ ਸਾਰੇ ਪੰਜੋਂ। ਸੋ ਉਰੇ ਸਹੀ ਉੱਤਰ ਹੈ ਆਪਸ਼ਨ ਡੀ 1 2 3 4 and 5, ਅਹਿੰਸਾ, ਸਤਿਆ, ਅਸਤਿਆ, ਬ੍ਰਹਮਚर्य, ਅਪਾਰਿਗ੍ਰਹਿ। 20th question, which of the following schools of art during the ancient India also known as Greco-Buddhist school of art? ਸੋ ਇਹਨਾਂ ਦੇ ਵਿੱਚੋਂ ਗ੍ਰੈਕੋ ਬੁੱਧਿਸਟ ਸਕੂਲ ਕਿਹਾ ਜਾਂਦਾ ਸੀ ਗੰਧਰ ਸਟਾਈਲ ਨੂੰ, ਆਪਸ਼ਨ ਸੀ। ਸੋ ਨੈਕਸਟ ਕੁਐਸਚਨ ਇਜ਼ ਜਦੋਂ ਅਲੈਗਜ਼ੈਂਡਰ ਨੇ ਇੰਡੀਆ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ, ਦਾਖਲ ਹੋਣ ਦੀ, ਕੰਟਰੋਲ ਕਰਨ ਦੀ, ਇਨਵੇਡ ਕੀਤਾ, ਤਾਂ ਉਸ ਸਮੇਂ ਦਾ ਅਸਰ ਕੀ ਹੋਇਆ? ਸੋ ਪਹਿਲੀ ਸਟੇਟਮੈਂਟ ਕਹਿ ਰਹੀ ਹੈ ਵੀ ਨਾਰਥ ਇੰਡੀਆ ਸਾਈਡ ਤੇ ਜਿਹੜਾ ਰੂਲ ਸੀ ਮੇਨ ਉਹ ਮੌਰੀਅਨਸ ਦੇ ਅੰਡਰ ਸੀ, ਬਟ ਮੌਰੀਅਨਸ ਆਲਰੇਡੀ ਆਪਸ ਦੇ ਵਿੱਚ ਕਾਫੀ ਜ਼ਿਆਦਾ ਲੜ ਰਹੇ ਸੀ। ਪਰ ਜਦੋਂ ਉਹਨਾਂ ਨੂੰ ਬਾਹਰੀ ਖਤਰਾ ਦਿਖਿਆ, ਕਿਸੇ ਫੋਰਨ ਉਹਨਾਂ ਨੂੰ ਐਨੀਮੀ ਦਾ ਖਤਰਾ ਦਿਖਿਆ, ਅਲੈਗਜ਼ੈਂਡਰ ਨੇ ਜਦੋਂ ਇਨਵੇਡ ਕੀਤਾ ਤਾਂ ਪੋਲੀਟੀਕਲੀ ਜਿਹੜੇ ਆਪਸ ਦੇ ਵਿੱਚ ਲੜ ਰਹੇ ਸੀ ਉਹ ਇਕੱਠੇ ਹੋ ਗਏ ਕਿ ਹੁਣ ਸਾਨੂੰ ਇੰਡੀਆ ਨੂੰ ਅਸੀਂ ਬਚਾਉਣਾ ਹੈ, ਆਪਸ ਦੀ ਲੜਾਈ ਅਸੀਂ ਬਾਅਦ ਚੋਂ ਦੇਖਾਂਗੇ, ਪਹਿਲਾਂ ਅਸੀਂ ਅਲੈਗਜ਼ੈਂਡਰ ਦੇ ਅਗੇਂਸਟ ਇਕੱਠੇ ਹੋ ਕੇ ਖੜਦੇ ਹਾਂ। ਸੋ ਇਹਦੀ ਇਨਵੇਜਨ ਨੇ ਐਨਕਰੇਜ ਕੀਤੀ ਪੋਲੀਟੀਕਲ ਯੂਨੀਫਿਕੇਸ਼ਨ। ਦੂਜੀ ਸਟੇਟਮੈਂਟ ਕਹਿ ਰਹੀ ਹੈ ਵੀ ਅਲੈਗਜ਼ੈਂਡਰ ਦੇ ਇਨਵੇਡ ਕਰਨ ਦੇ ਨਾਲ ਇੰਡੀਆ ਤੇ ਵੈਸਟ ਏਸ਼ੀਆ ਦਾ ਜਿਹੜਾ ਕਾਰੋਬਾਰ ਹੈ, ਟ੍ਰੇਡ ਹੈ, ਉਹਦੇ 'ਚ ਵਾਧਾ ਹੋਇਆ। ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਤੇ ਰਾਈਟ ਆਂਸਰ ਹੈ ਆਪਸ਼ਨ ਸੀ, ਬੋਥ 1 and 2। ਨੈਕਸਟ ਅਜੰਤਾ ਕੇਵਸ ਕਿਸ ਪੀਰੀਅਡ ਦੇ ਵਿੱਚ ਕਾਵ ਕੀਤੀਆਂ ਗਈਆਂ? ਸੋ ਇਹ ਮੌਰੀਅਨਸ ਤੋਂ ਬਾਅਦ ਵਾਲੇ ਸਮੇਂ ਵਿੱਚ ਬਣਾਈਆਂ, ਆਪਸ਼ਨ ਬੀ, ਪੋਸਟ ਮੌਰੀਅਨ ਪੀਰੀਅਡ। ਨੈਕਸਟ ਰਿਗਵੈਦਿਕ ਪੀਰੀਅਡ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ? ਸੋ ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ 골ਡ ਕੁਆਇਨਸ ਮੇਨ ਮੋਡ ਆਫ ਐਕਸਚੇਂਜ ਸੀ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਮੇਨ ਪੈਸਾ ਜਿਹੜਾ ਆਉਂਦਾ ਸੀ, ਸੋਰਸ ਆਫ ਵੈਲਥ ਸੀ, ਉਹ ਸੀ ਵਾਰ ਬੂਟੀ। ਸੋ ਜੋ ਵੀ ਲੜਾਈਆਂ ਲੜ ਕੇ ਰਾਜੇ
ਕਿਸੇ ਦੂਜੇ ਰਾਜੇ ਜਿਹਨੂੰ ਹਰਾਇਆ ਉਹਦੀ ਸਾਰੀ ਦੀ ਸਾਰੀ ਜੋ ਵੀ ਇਨਕਮ ਹੁੰਦੀ ਸੀ ਉਹਨੂੰ ਆਪਣੇ ਕੰਟਰੋਲ 'ਚ ਲੈ ਲੈਂਦੇ ਸੀਗੇ, ਸੋ ਉਹਨੂੰ ਵਾਰ ਬੂਟੀ ਕਿਹਾ ਜਾਂਦਾ ਹੈ। ਸੋ ਮੇਨ ਜਿਹੜੀ ਸੋਰਸ ਸੀ ਉਹ ਵਾਰ ਬੂਟੀ ਹੀ ਸੀ, ਸੋ ਇਹ ਸਟੇਟਮੈਂਟ ਸਹੀ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਰਹੂਗਾ ਆਪਸ਼ਨ ਬੀ 2 ਓਨਲੀ। 24th question, ਟੌਮ ਆਫ ਜਹਾਂਗੀਰ ਕਿੱਥੇ ਲੋਕੇਟਡ ਹੈ? ਸੋ ਇਹ ਲੋਕੇਟਡ ਹੈ ਸ਼ਾਹਦਰਾ, ਆਪਸ਼ਨ ਸੀ। ਸੂਫੀ ਸੇਂਟ ਕਿਹੜਾ ਹੈ ਜਿਹਨੂੰ ਆਪਾਂ ਚਿਰਾਗ-ਏ ਦਿੱਲੀ ਕਹਿੰਦੇ ਆ? ਸੋ ਸੂਫੀ ਸੇਂਟ ਜਿਹਨੂੰ ਚਿਰਾਗ-ਏ ਦਿੱਲੀ ਕਿਹਾ ਜਾਂਦਾ ਹੈ ਉਹਨਾਂ ਦਾ ਨਾਮ ਹੈ ਸ਼ੇਖ ਨਸੀਰੁਦੀਨ, ਆਪਸ਼ਨ ਬੀ। The famous Sufi saint Mia Mir belonged to which of the following Sufi silsilas? So this is very important question. Mia Mir ji belong ਕਰਦੇ ਸੀ ਕਾਦਰੀ, ਆਪਸ਼ਨ ਡੀ। ਨੈਕਸਟ ਹੈ ਜਦੋਂ ਨਾਦਰ ਸ਼ਾਹ ਨੇ ਇੰਡੀਆ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ, ਇਨਵੇਡ ਕਰਨ ਦੀ, ਉਸ ਸਮੇਂ ਕਿਹਦਾ ਰੂਲ ਚੱਲ ਰਿਹਾ ਸੀ? ਸੋ ਨਾਦਰ ਸ਼ਾਹ ਦੀ ਇਨਵੇਜਨ ਦੇ ਟਾਈਮ ਰੂਲ ਚੱਲ ਰਿਹਾ ਸੀ ਮੁਹੰਮਦ ਸ਼ਾਹ, ਆਪਸ਼ਨ ਬੀ। Which Mughal emperor gave the title of Raja to Ram Mohan Roy? Ram Mohan Roy ਨੂੰ ਰਾਜਾ ਦਾ ਟਾਈਟਲ ਦਿੱਤਾ ਸੀ ਅਕਬਰ 2, ਆਪਸ਼ਨ ਸੀ। Again very important question. ਵਿਜੇਨਗਰ empire ਕਿਹਨੇ ਫਾਊਂਡ ਕੀਤਾ? So the right answer is option A, ਹਰੀਹਰ 1। ਬੁਲੰਦ ਦਰਵਾਜ਼ਾ ਜਿਹੜਾ ਅਕਬਰ ਨੇ ਕੰਸਟਰਕਟ ਕੀਤਾ ਸੀ ਉਹਦਾ ਕਾਰਨ ਕੀ ਸੀ? ਸੋ ਜਦੋਂ ਅਕਬਰ ਨੇ ਗੁਜਰਾਤ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਉਸ ਵਿਕਟਰੀ ਨੂੰ ਕਮੈਮੋਰੇਟ ਕਰਨ ਦੇ ਲਈ ਬੁਲੰਦ ਦਰਵਾਜ਼ਾ ਬਣਾਇਆ ਗਿਆ। This is again very important question and the right answer here is option D. The book ਮਜ਼ਮਾ ਉਲ ਬਹਿਰਾਨ ਕਿਹਦੇ ਦੁਆਰਾ ਲਿਖੀ ਗਈ ਹੈ? ਸੋ ਇਹਦੇ ਰਾਈਟਰ ਹੈ ਦਾਰਾ ਸ਼ਿਕੋ, ਆਪਸ਼ਨ ਸੀ। ਬੀਜਾਪੁਰ and ਗੋਲਕੋਂਡਾ were annexed to ਮੁਗਲ ਡੋਮੀਨੀਅਨ। ਸੋ ਕਿਹੜੇ ਰੂਲਰ ਨੇ, ਮੁਗਲ ਐਮਪਰਰ ਨੇ ਬੀਜਾਪੁਰ ਤੇ ਗੋਲਕੋਂਡਾ ਨੂੰ ਆਪਣੇ ਰੂਲ ਦੇ ਅੰਡਰ ਲਿਆ? ਸੋ ਉਹ ਸੀ ਔਰੰਗਜ਼ੇਬ, ਆਪਸ਼ਨ। ਵਸ਼ਿਸ਼ਟ ਰਿਵਾਇਤ ਦੀ ਥਿਊਰੀ ਕਿਹਨੇ ਦਿੱਤੀ? ਸੋ ਇਹ ਥਿਊਰੀ ਦਿੱਤੀ ਸੀ ਰਾਮਾਨੁਜਨ, ਆਪਸ਼ਨ ਬੀ। ਹੁਮਾਯੂੰ ਨਾਮਾ ਕਿਹਨੇ ਲਿਖਿਆ? ਇਹ ਵੀ ਬਹੁਤ ਵਾਰੀ ਐਗਜ਼ਾਮ ਵਿੱਚ ਕੁਐਸਚਨ ਰਿਪੀਟ ਹੁੰਦਾ ਹੈ। ਸੋ ਹੁਮਾਯੂੰ ਨਾਮਾ ਲਿਖਿਆ ਗੁਲਬਦਨ ਬੇਗਮ। ਇਨਫੇਮਸ ਬਲਕ ਕੈਂਪੇਨ ਕਿਹਦੇ ਦੁਆਰਾ ਕੀਤਾ ਗਿਆ? ਸੋ ਇਹ ਕੀਤਾ ਗਿਆ ਸੀ ਸ਼ਾਹਜਹਾਂ, ਆਪਸ਼ਨ ਸੀ। During whose reign was Ahmednagar completely annexed by Mughal? ਅਹਿਮਦਨਗਰ ਨੂੰ ਪੂਰੀ ਤਰ੍ਹਾਂ ਮੁਗਲਸ ਨੇ ਕੰਟਰੋਲ 'ਚ ਲਿਆ ਸੀ ਅੰਡਰ ਦ ਰੂਲ ਆਫ ਸ਼ਾਹਜਹਾਂ, ਆਪਸ਼ਨ ਸੀ। ਨੈਕਸਟ ਇਸ ਕਿਹੜੀ ਲੜਾਈ ਵਿੱਚ ਬਾਬਰ ਨੇ ਜਿਹਾਦ ਡਿਕਲੇਅਰ ਕੀਤਾ? ਸੋ ਸੀ ਬੈਟਲ ਆਫ ਖਾਨਵਾ, ਆਪਸ਼ਨ ਬੀ। ਮੁਗਲ ਐਡਮਿਨਿਸਟ੍ਰੇਸ਼ਨ ਦੇ ਅੰਦਰ ਮਦਦ ਦੇ ਮਾਰਚ ਦਾ ਕੀ ਮਤਲਬ ਹੈ? ਸੋ ਮਦਦ ਦੇ ਮਾਰਚ ਇੰਡੀਕੇਟ ਕਰਦੀ ਹੈ ਰੈਵਨਿਊ ਫ੍ਰੀ ਲੈਂਡ ਦੇਣੀ ਕਿਸੇ ਵੀ ਪੜ੍ਹੇ ਲਿਖੇ ਸਮਝਦਾਰ ਲਰਨਡ ਪਰਸਨ ਨੂੰ। ਸੋ ਰੈਵਨਿਊ ਫ੍ਰੀ ਲੈਂਡ ਗ੍ਰਾਂਟਡ ਟੂ ਲਰਨਡ ਪਰਸਨ। ਅਕਬਰ ਦਾ ਬੈਟਲ ਆਫ ਹਲਦੀਘਾਟੀ ਲੜਨ ਦਾ ਮੇਨ ਕਾਰਨ ਕੀ ਸੀ? ਸੋ ਮੇਨ ਕਾਰਨ ਸੀ ਰਾਣਾ ਪ੍ਰਤਾਪ ਨੂੰ ਹਰਾਉਣਾ, ਟੂ ਸਬਡਿਊ ਰਾਣਾ ਪ੍ਰਤਾਪ, ਆਪਸ਼ਨ ਏ। ਨੈਕਸਟ ਇਸ ਨਸਤਲਿਕ ਕੀ ਹੈ? ਸੋ ਨਸਤਲਿਕ ਇੱਕ ਪਰਸ਼ੀਅਨ ਸਕ੍ਰਿਪਟ ਸੀ ਜਿਹੜੀ ਮਿਡੀਵਲ ਇੰਡੀਆ ਦੇ ਵਿੱਚ ਵਰਤੀ ਜਾਂਦੀ ਸੀ। ਅਗੇਨ ਵੈਰੀ ਇੰਪੋਰਟੈਂਟ ਕੁਐਸਚਨ। Which of the following literature does not belong to reign of Akbar? ਸੋ ਅਕਬਰ ਨੂੰ ਜਿਹੜੀ ਬਿਲੋਂਗ ਨਹੀਂ ਕਰਦੀ ਉਹ ਲਿਟਰੇਚਰ ਹੈ ਸਿਰ ਏ ਅਕਬਰ, ਆਪਸ਼ਨ ਡੀ, ਵੈਰੀ ਇੰਪੋਰਟੈਂਟ। ਮਹਿਬੂਬ ਏ ਇਲਾਹੀ ਕਿਹੜੇ ਸੂਫੀ ਸੇਂਟ ਨੂੰ ਕਿਹਾ ਜਾਂਦਾ ਹੈ? ਸੋ ਇਹ ਕਿਹਾ ਜਾਂਦਾ ਹੈ ਸ਼ੇਖ ਨਿਜ਼ਾਮੁਦੀਨ ਔਲੀਆ, ਆਪਸ਼ਨ ਡੀ। ਮੁਗਲ ਐਮਪਰਰ ਜਹਾਂਗੀਰ gave the title English Khan to? ਸੋ ਇੰਗਲਿਸ਼ ਖਾਨ ਦਾ ਟਾਈਟਲ ਦਿੱਤਾ ਜਹਾਂਗੀਰ ਨੇ ਵਿਲੀਅਮ ਹੌਕਿੰਸ, ਆਪਸ਼ਨ ਸੀ। ਜਾਮਾ ਮਸਜਿਦ ਦਿੱਲੀ ਵਿੱਚ ਕਿਹਨੇ ਬਣਵਾਈ? ਸੋ ਇਹ ਬਣਵਾਈ ਸ਼ਾਹਜਹਾਂ, ਆਪਸ਼ਨ ਬੀ। ਫੇਮਸ ਡਾਇਮੰਡ ਕੋਹਿਨੂਰ was taken from ਮੁਗਲ ਟ੍ਰੈਜਰੀ। ਸੋ ਮੁਗਲ ਟ੍ਰੈਜਰੀ ਦੇ ਵਿੱਚੋਂ ਡਾਇਮੰਡ ਕੋਹਿਨੂਰ ਨੂੰ ਲਿਆ ਸੀ ਨਾਦਰ ਸ਼ਾਹ ਨੇ, ਆਪਸ਼ਨ ਸੀ। ਪੈਟਰਾ ਦੁਰਾ ਕੀ ਹੈ? ਵੈਰੀ ਇੰਪੋਰਟੈਂਟ ਕੁਐਸਚਨ, ਕਾਫੀ ਐਗਜ਼ਾਮ ਵਿੱਚ ਆਲਰੇਡੀ ਰਿਪੀਟ ਹੋ ਚੁੱਕਿਆ ਹੈ ਰੀਸੈਂਟ ਐਗਜ਼ਾਮ ਦੇ ਵਿੱਚ ਹੀ। ਪੈਟਰਾ ਦੁਰਾ ਹੈ floral design made of semi-precious stone. Military system in reign of Akbar was based on? ਸੋ ਅਕਬਰ ਦੇ ਸਮੇਂ ਮਿਲਟਰੀ ਸਿਸਟਮ ਹੁੰਦਾ ਸੀ ਮਨਸਬਦਾਰੀ ਟਾਈਪ ਦਾ, ਆਪਸ਼ਨ ਏ। ਦੁਅਸਪਾ ਸਿਅਸਪਾ ਸਿਸਟਮ ਕਿਹਨੇ ਇੰਟਰੋਡਿਊਸ ਕੀਤਾ? ਸੋ ਇਹ ਇੰਟਰੋਡਿਊਸ ਕੀਤਾ ਸੀ ਜਹਾਂਗੀਰ, ਆਪਸ਼ਨ ਬੀ। ਅਕਬਰ ਨੇ ਦੀਨ-ਏ ਇਲਾਹੀ ਕਿਹੜੇ ਸਾਲ ਵਿੱਚ ਲਾਂਚ ਕੀਤਾ? ਸੋ ਉਹਨੇ ਲਾਂਚ ਕੀਤਾ ਸੀ 1582, option D. So this was all about our today's revision session related to important MCQs from ancient and medieval India history.
I hope you liked the video, and all the best for all the students who are going to give the PSSSB clerk exam tomorrow and day after. Thank you and good luck.